ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫਾਈਨਲੀ ਸਟੂਡੈਂਟਸ ਤੇ ਪੇਰੈਂਟਸ ਦੀ ਜਿੱਤ ਹੋਈ। ਸੀਬੀਐਸਈ ਦੇ ਬੋਰਡਸ ਦੇ ਐਗਜ਼ਾਮ ਕੈਂਸਲ ਹੋ ਗਏ। ਆਈ ਨੋ ਕਿ ਇਹ ਨਿਊਜ਼ ਥੋੜੀ ਪੁਰਾਣੀ ਹੋ ਗਈ ਹੈ, ਬਟ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਸੀਬੀਐਸਈ ਦੇ ਬੋਰਡਸ ਦੇ ਐਗਜ਼ਾਮ ਕੈਂਸਲ ਹੋਣ ਦਾ ਸਟੂਡੈਂਟ ਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ। ਤੇ ਨਾਲ ਦੇ ਨਾਲ ਅਸੀਂ ਦੇਖਾਂਗੇ ਕਿ ਇਵੈਲੂਏਸ਼ਨ ਦਾ ਕ੍ਰਾਈਟੇਰੀਆ ਕੀ ਹੋਏਗਾ। ਤੇ ਲਾਸਟ ਵਿੱਚ ਅਸੀਂ ਦੇਖਾਂਗੇ ਕਿ ਪੰਜਾਬ ਬੋਰਡ ਦੇ ਐਗਜ਼ਾਮਸ ਹੋਣਗੇ ਜਾਂ ਨਹੀਂ ਹੋਣਗੇ। ਇਹ ਸਭ ਵੇਖਾਂਗੇ ਅੱਜ ਇਸ ਵੀਡੀਓ ਦੇ ਵਿੱਚ। ਸੋ ਆਓ ਸ਼ੁਰੂ ਕਰਦੇ ਹਾਂ। ਲਾਸਟ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਸਟੂਡੈਂਟ ਕੰਟੀਨਿਊਸਲੀ ਇੱਕ ਡਿਮਾਂਡ ਕਰ ਰਹੇ ਸੀ, ਜਿਸ ਦੇ ਵਿੱਚ ਉਹ ਕਹਿ ਰਹੇ ਸੀ ਕਿ ਸੀਬੀਐਸਈ ਦੇ ਬੋਰਡ ਦੇ ਐਗਜ਼ਾਮ ਨੂੰ ਜਾਂ ਤੇ ਡੈਫਰ ਕਰ ਦਿੱਤਾ ਜਾਏ ਜਾਂ ਫਿਰ ਇਸ ਨੂੰ ਕੈਂਸਲ ਕਰ ਦਿੱਤਾ ਜਾਏ। ਜਿਸ ਕਰਕੇ ਉਹਨਾਂ ਨੇ change.org ਦੇ ਵਿੱਚ ਇੱਕ ਪਟੀਸ਼ਨ ਵੀ ਸਟਾਰਟ ਕੀਤੀ, ਜਿਸ ਨੂੰ ਅਪਰੋਕਸੀਮੇਟਲੀ 6 ਲੱਖ ਤੋਂ ਵੀ ਵੱਧ ਲੋਕਾਂ ਨੇ ਸਪੋਰਟ ਕੀਤਾ। ਸਾਨੂੰ ਸਭ ਨੂੰ ਪਤਾ ਹੈ ਕਿ ਕਰੋਨਾ ਦੀ ਸੈਕੰਡ ਵੇਵ 'ਚ ਇੰਡੀਆ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ, ਜਿਸ ਕਰਕੇ ਪੇਰੈਂਟਸ ਦੇ ਮਨਾਂ ਦੇ ਵਿੱਚ ਇਹ ਡਰ ਸੀ ਕਿ ਕਿਤੇ ਉਹਨਾਂ ਦੇ ਬੱਚਿਆਂ ਨੂੰ ਜਾਂ ਕਿਤੇ ਪਰਿਵਾਰ ਦੇ ਮੈਂਬਰਾਂ ਨੂੰ ਕਰੋਨਾ ਨਾ ਹੋ ਜਾਏ। ਇਸੇ ਲਈ ਪਹਿਲਾਂ ਸੀਬੀਐਸਈ ਵੀ ਐਗਜ਼ਾਮ ਨੂੰ ਜੁਲਾਈ ਵਿੱਚ ਪੋਸਟਪੋਨ ਕਰਨ ਦੀ ਸੋਚ ਰਹੀ ਸੀ, ਬਿਕੋਜ਼ ਸੀਬੀਐਸਈ ਵੀ ਐਗਜ਼ਾਮਸ ਨੂੰ ਕੈਂਸਲ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ 12th ਦੇ ਬੋਰਡ ਦੇ ਐਗਜ਼ਾਮ ਕਾਫੀ ਇੰਪੋਰਟੈਂਟ ਹੁੰਦੇ ਨੇ ਸਟੂਡੈਂਟ ਦੇ ਕੈਰੀਅਰ ਨੂੰ ਲੈ ਕੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 12th ਦੇ ਰਿਜ਼ਲਟ ਦੇ ਬੇਸਿਸ ਤੇ ਹੀ ਸਾਨੂੰ ਹਾਇਰ ਇੰਸਟੀਚਿਊਟਸ ਦੇ ਵਿੱਚ ਐਡਮਿਸ਼ਨਸ ਮਿਲਦੀਆਂ ਨੇ। ਪਰ ਪੇਰੈਂਟਸ, ਸਟੂਡੈਂਟ ਐਂਡ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਫਾਈਨਲੀ ਇਸ ਐਗਜ਼ਾਮ ਨੂੰ ਕੈਂਸਲ ਹੀ ਕਰ ਦਿੱਤਾ ਗਿਆ। ਕਹਿਣਾ ਚਾਹਾਂਗਾ ਕਿ ਇਹ ਡਿਸੀਜਨ ਸਾਡੀ ਗਵਰਨਮੈਂਟ ਲਈ ਵੀ ਆਸਾਨ ਨਹੀਂ ਸੀ, ਬਿਕਾਜ਼ ਇੱਕ ਸਾਈਡ ਸਟੂਡੈਂਟ ਦੀ ਲਾਈਫ ਦਾ ਸਵਾਲ ਸੀ ਤੇ ਦੂਸਰੀ ਸਾਈਡ ਸਾਡੀ ਕੰਟਰੀ ਦੇ ਫਿਊਚਰ, ਸਾਡੇ ਸਟੂਡੈਂਟਸ ਦੀ ਐਗਜ਼ਾਮੀਨੇਸ਼ਨ ਦਾ ਸਵਾਲ ਸੀ। ਐਂਡ ਇਹ ਦੋਨੋਂ ਹੀ ਚੀਜ਼ਾਂ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਇਸ ਡਿਸੀਜਨ ਤੋਂ ਬਾਅਦ ਜਿੱਥੇ ਕਈ ਸਟੂਡੈਂਟਸ ਤੇ ਪੇਰੈਂਟਸ ਖੁਸ਼ ਨੇ, ਉੱਥੇ ਕਈ ਨਾਰਾਜ਼ ਵੀ ਨੇ ਇਸ ਡਿਸੀਜਨ ਨੂੰ ਲੈ ਕੇ। ਜੋ ਪੇਰੈਂਟਸ ਐਂਡ ਟੀਚਰ ਇਸ ਗੱਲ ਨੂੰ ਸਪੋਰਟ ਕਰਦੇ ਸੀ ਕਿ ਐਗਜ਼ਾਮ ਨੂੰ ਕੈਂਸਲ ਕਰ ਦੇਣਾ ਚਾਹੀਦਾ ਹੈ, ਉਹ ਆਪਣਾ ਆਰਗੂਮੈਂਟ ਰੱਖਦੇ ਆ ਕਿ ਜਦ ਡੇਲੀ ਬੇਸਿਸ ਤੇ ਇੰਨੇ ਜ਼ਿਆਦਾ ਕਰੋਨਾ ਦੇ ਕੇਸਿਸ ਆ ਰਹੇ ਨੇ, ਤੇ ਉਹ ਕਿਵੇਂ ਰਿਸਕ ਲੈ ਸਕਦੇ ਨੇ ਆਪਣੇ ਬੱਚਿਆਂ ਨੂੰ ਐਗਜ਼ਾਮ ਸੈਂਟਰ ਵਿੱਚ ਭੇਜਣ ਦਾ। ਐਂਡ ਅਗਰ ਅਸੀਂ ਦੂਸਰੀ ਸਾਈਡ ਦੇਖੀਏ ਤੇ ਉਹ ਆਪਣਾ ਆਰਗੂਮੈਂਟ ਰੱਖਦੇ ਆ ਕਿ ਇਸ ਦੇ ਨਾਲ ਬ੍ਰਾਈਟ ਸਟੂਡੈਂਟਸ ਨੂੰ ਕਾਫੀ ਨੁਕਸਾਨ ਹੋਣ ਵਾਲਾ ਹੈ, ਬਿਕਾਜ਼ ਉਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਸੀ ਇਸ ਵਾਰ ਐਗਜ਼ਾਮ ਦੇ ਲਈ। ਐਂਡ ਹੁਣ ਐਗਜ਼ਾਮ ਕੈਂਸਲ ਹੋਣ ਦੇ ਕਰਕੇ ਉਹ ਆਪਣੀ ਮਿਹਨਤ ਨੂੰ ਸ਼ੋ ਨਹੀਂ ਕਰ ਸਕਦੇ, ਜਿਸ ਕਰਕੇ ਮੇ ਵੀ ਉਹਨਾਂ ਨੂੰ ਫਿਊਚਰ ਦੇ ਵਿੱਚ ਐਡਮਿਸ਼ਨਸ ਲੈਣ ਦੇ ਵਿੱਚ ਵੀ ਪ੍ਰੋਬਲਮਸ ਆਉਣ। ਹੁਣ ਤੱਕ ਅਸੀਂ ਦੇਖਿਆ ਕਿ ਐਗਜ਼ਾਮ ਕੈਂਸਲ ਹੋਣ ਦੇ ਕੀ ਕਾਰਨ ਸੀ। ਹੁਣ ਅਸੀਂ ਦੇਖਾਂਗੇ ਕਿ ਸੀਬੀਐਸਈ ਦੇ ਇਵੈਲੂਏਸ਼ਨ ਦਾ ਕ੍ਰਾਈਟੇਰੀਆ ਕੀ ਹੋਵੇਗਾ। ਐਗਜ਼ਾਮ ਕੈਂਸਲ ਹੋਣ ਤੋਂ ਬਾਅਦ ਸੀਬੀਐਸਈ ਨੇ ਅਨਾਉਂਸ ਕੀਤਾ ਕਿ ਉਹ ਇੱਕ ਕਮੇਟੀ ਸੈਟਅਪ ਕਰਨ ਜਾ ਰਿਹਾ, ਜਿਸ ਦੇ ਵਿੱਚ ਇੱਕ ਵੈਲ ਡਿਫਾਈਨਡ ਆਬਜੈਕਟਿਵ ਕ੍ਰਾਈਟੇਰੀਆ ਹੋਵੇਗਾ ਸਟੂਡੈਂਟਸ ਨੂੰ ਇਵੈਲੂਏਟ ਕਰਨ ਲਈ। ਇਸ ਦੇ ਲਈ ਆਲਰੇਡੀ 13 ਮੈਂਬਰ ਦੀ ਕਮੇਟੀ ਬਣਾਈ ਗਈ ਹੈ, ਜੋ ਆਪਣੀ ਰਿਪੋਰਟ 10 ਦਿਨ ਦੇ ਅੰਦਰ ਸਬਮਿਟ ਕਰੇਗੀ। ਕੁਝ ਰਿਪੋਰਟਸ ਤੋਂ ਪਤਾ ਲੱਗ ਰਿਹਾ ਹੈ ਕਿ ਸੀਬੀਐਸਈ ਸ਼ਾਇਦ ਸਟੂਡੈਂਟਸ ਦੇ ਲਾਸਟ ਈਅਰ ਦੇ ਪਰਫਾਰਮੈਂਸ ਦੇ ਬੇਸਿਸ ਤੇ ਇਵੈਲੂਏਸ਼ਨ ਕਰੇਗੀ। ਇਸ ਦੇ ਵਿੱਚ 9 ਤੋਂ ਲੈ ਕੇ 11 ਤੱਕ ਦੇ ਗ੍ਰੇਡਿਟਸ ਨੂੰ ਵੀ ਕੰਸੀਡਰ ਕੀਤਾ ਜਾ ਸਕਦਾ ਹੈ। ਕਈ ਜਣਿਆਂ ਨੇ ਤੇ ਇਹ ਵੀ ਸੁਜੈਸਟ ਕੀਤਾ ਹੈ ਕਿ 12th ਦੇ ਰਿਜ਼ਲਟ ਦੇ ਪ੍ਰੋਸੈਸ ਨੂੰ ਹੋਰ ਈਜ਼ੀ ਬਣਾਉਣ ਦੇ ਲਈ ਸੀਬੀਐਸਈ ਨੂੰ 10th ਬੋਰਡ ਦੇ ਰਿਜ਼ਲਟਸ ਪਲੱਸ 11th ਐਂਡ 12th ਦੇ ਇੰਟਰਨਲ ਅਸੈਸਮੈਂਟ ਦੇ ਮਾਰਕਸ ਨੂੰ ਵੀ ਇੰਟੀਗ੍ਰੇਟ ਕਰਨਾ ਚਾਹੀਦਾ ਹੈ। ਸੀਬੀਐਸਈ ਨੇ ਫਰਦਰ ਕਲੀਅਰ ਕੀਤਾ ਹੈ ਕਿ ਜਿਹੜੇ ਸਟੂਡੈਂਟ ਇਸ ਆਬਜੈਕਟਿਵ ਕ੍ਰਾਈਟੇਰੀਆ ਤੋਂ ਡੀਸੈਟੀਸਫਾਈਡ ਹੋਣਗੇ, ਉਹਨਾਂ ਨੂੰ ਰੀ ਐਗਜ਼ਾਮੀਨੇਸ਼ਨ ਦਾ ਵੀ ਚਾਂਸ ਦਿੱਤਾ ਜਾਏਗਾ। ਸੋ ਇੱਥੇ ਉਹਨਾਂ ਸਾਰੇ ਸਟੂਡੈਂਟਸ ਲਈ ਗੁੱਡ ਨਿਊਜ਼ ਹੈ ਜੋ ਸੋਚ ਰਹੇ ਸੀ ਕਿ ਉਹ ਇਸ ਵਾਰ ਐਗਜ਼ਾਮ ਨੂੰ ਵਧੀਆ ਤਰੀਕੇ ਨਾਲ ਦੇ ਸਕਦੇ ਆ। ਬਾਕੀ ਹੁਣ ਦੇਖਦੇ ਹਾਂ ਜਦ ਫਾਈਨਲ ਰਿਪੋਰਟ ਸਬਮਿਟ ਹੁੰਦੀ ਹੈ ਤੇ ਕੀ ਕ੍ਰਾਈਟੇਰੀਆ ਅਪਣਾਇਆ ਜਾਂਦਾ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਅਸੀਂ ਸਰਕਾਰ ਦੇ ਐਗਜ਼ਾਮ ਕੈਂਸਲ ਕਰਨ ਦੇ ਡਿਸੀਜਨ ਤੋਂ ਖੁਸ਼ ਹਾਂ, ਐਂਡ ਹੁਣ ਸਰਕਾਰ ਨੂੰ ਜਲਦੀ ਤੋਂ ਜਲਦੀ ਰਿਜ਼ਲਟ ਡਿਕਲੇਅਰ ਕਰਨੇ ਚਾਹੀਦੇ ਆ, ਸੋ ਕਿ ਸਟੂਡੈਂਟ ਹਾਇਰ ਇੰਸਟੀਚਿਊਟਸ ਦੇ ਲਈ ਅਪਲਾਈ ਕਰ ਸਕਣ। ਹੁਣ ਅਸੀਂ ਦੇਖਾਂਗੇ ਕਿ ਐਗਜ਼ਾਮ ਕੈਂਸਲ ਕਰਨ ਦੇ ਕੀ ਫਾਇਦੇ ਐਂਡ ਕੀ ਨੁਕਸਾਨ ਹੋਣਗੇ। ਐਗਜ਼ਾਮ ਕੈਂਸਲ ਕਰਨ ਦਾ ਸਭ ਤੋਂ ਪਹਿਲਾ ਫਾਇਦਾ ਹੋਏਗਾ ਕਿ ਸਟੂਡੈਂਟਸ ਦੇ ਵਿੱਚ ਐਂਗਜ਼ਾਇਟੀ ਖਤਮ ਹੋਏਗੀ। ਅਸੀਂ ਦੇਖ ਰਹੇ ਹਾਂ ਜਦ ਦੀ ਕਰੋਨਾ ਦੀ ਸੈਕੰਡ ਵੇਵ ਆਈ ਆ, ਉਦੋਂ ਤੋਂ ਹੀ ਸਟੂਡੈਂਟ ਦੇ ਵਿੱਚ ਕਾਫੀ ਕਨਫਿਊਜ਼ਨ ਆ ਕਿ ਐਗਜ਼ਾਮ ਹੋਣਗੇ ਜਾਂ ਨਹੀਂ ਹੋਣਗੇ, ਬਿਕਾਜ਼ ਲਾਸਟ ਈਅਰ ਵੀ ਕਈ ਐਗਜ਼ਾਮ ਪੋਸਟਪੋਨ ਹੋਏ ਸੀ ਤੇ ਕਈ ਐਗਜ਼ਾਮ ਕੈਂਸਲ ਹੋ ਗਏ ਸੀ। ਸੋ ਇਸ ਦੇ ਵਿੱਚ ਸਟੂਡੈਂਟ ਦੇ ਵਿੱਚ ਕਾਫੀ ਕਨਫਿਊਜ਼ਨ ਸੀ ਕਿ ਐਗਜ਼ਾਮ ਹੋਣਗੇ ਵੀ ਜਾਂ ਨਹੀਂ ਹੋਣਗੇ, ਜੇ ਹੋਣਗੇ ਤੇ ਕਦ ਹੋਣਗੇ। ਸੋ ਜਿਸ ਕਰਕੇ ਸਟੂਡੈਂਟਸ ਆਪਣੀ ਸਟੱਡੀਜ਼ ਦੇ ਵਿੱਚ ਕੰਸੈਂਟਰੇਟ ਹੀ ਨਹੀਂ ਕਰ ਪਾ ਰਹੇ ਸੀ। ਸੋ ਹੁਣ ਐਗਜ਼ਾਮ ਕੈਂਸਲ ਹੋ ਗਿਆ, ਸੋ ਇਹ ਚੀਜ਼ ਦੀ ਐਂਗਜ਼ਾਇਟੀ ਹੁਣ ਸਟੂਡੈਂਟਸ ਦੇ ਵਿੱਚ ਨਹੀਂ ਰਹੇਗੀ। ਸੈਕੰਡ ਬੈਨੀਫਿਟ ਹੋਏਗਾ ਮੋਰ ਕਲੈਰਿਟੀ ਟੂ ਸਟੂਡੈਂਟਸ। ਐਗਜ਼ਾਮ ਕੈਂਸਲ ਹੋਣ ਦੇ ਨਾਲ ਉਹਨਾਂ ਸਟੂਡੈਂਟਸ ਨੂੰ ਜ਼ਿਆਦਾ ਕਲੈਰਿਟੀ ਮਿਲੇਗੀ ਜੋ ਕੰਪੀਟੀਸ਼ਨ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਜੇਈ ਦੇ ਐਗਜ਼ਾਮਸ, ਨੀਟ ਦੇ ਐਗਜ਼ਾਮ। ਇਹ ਸਾਰੇ ਸਟੂਡੈਂਟ ਕਾਫੀ ਕਨਫਿਊਜ਼ਨ 'ਚ ਸੀ ਕਿ ਬੋਰਡ ਦੇ ਐਗਜ਼ਾਮ ਦੀ ਤਿਆਰੀ ਕੀਤੀ ਜਾਵੇ ਜਾਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕੀਤੀ ਜਾਵੇ। ਸੋ ਹੁਣ ਐਗਜ਼ਾਮ ਕੈਂਸਲ ਹੋਣ ਕਰਕੇ ਉਹ ਆਪਣੇ ਕੰਪੀਟੀਟਿਵ ਐਗਜ਼ਾਮ ਵੱਲ ਜ਼ਿਆਦਾ ਫੋਕਸ ਹੋ ਕੇ ਪੜ੍ਹ ਸਕਣਗੇ। ਐਗਜ਼ਾਮ ਕੈਂਸਲ ਹੋਣ ਦਾ ਇੱਕ ਵਿਜ਼ੀਬਲ ਫਾਇਦਾ ਤੇ ਇਹ ਹੋਏਗਾ ਕਿ ਹੁਣ ਐਗਜ਼ਾਮ ਕਰਕੇ ਕਰਾਊਡ ਇਕੱਠਾ ਨਹੀਂ ਹੋਏਗਾ, ਜਿਸ ਕਰਕੇ ਕਰੋਨਾ ਦੇ ਫੈਲਣ ਦੇ ਚਾਂਸਸ ਵੀ ਘਟ ਜਾਣਗੇ। ਆਈ ਥਿੰਕ ਇਸੇ ਕਰਕੇ ਹੀ ਸਰਕਾਰ ਨੇ ਐਗਜ਼ਾਮ ਨੂੰ ਕੈਂਸਲ ਵੀ ਕੀਤਾ ਹੈ। ਫੋਰਥ ਪੁਆਇੰਟ, ਟਾਈਮ ਫॉर ਚੇਂਜ। ਮੈਥਿਊ ਥਾਮਸ, ਫਾਊਂਡਰ ਆਫ ਆਲ ਇੰਡੀਆ ਐਡੂਕੇਟਰ ਫਰਮ, ਦਾ ਕਹਿਣਾ ਹੈ ਕਿ ਸਾਨੂੰ ਟਾਈਮ ਦੇ ਨਾਲ-ਨਾਲ ਸਟੂਡੈਂਟ ਨੂੰ ਇਵੈਲੂਏਟ ਕਰਨ ਦੇ ਨਵੇਂ-ਨਵੇਂ ਤਰੀਕੇ ਵੀ ਐਕਸਪਲੋਰ ਕਰਨੇ ਚਾਹੀਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਸਟੂਡੈਂਟ ਦੇ ਪੋਟੈਂਸ਼ੀਅਲ ਨੂੰ ਅਸੀਂ 3 ਆਰ ਦੇ ਐਗਜ਼ਾਮ ਦੇ ਵਿੱਚ ਇਵੈਲੂਏਟ ਨਹੀਂ ਕਰ ਸਕਦੇ। ਸੋ ਇਸੇ ਲਈ ਸਟੂਡੈਂਟਸ ਦੇ ਪੋਟੈਂਸ਼ੀਅਲ, ਐਟੀਟਿਊਡ ਐਂਡ ਲਰਨਿੰਗ ਅਬਿਲਿਟੀਜ਼ ਨੂੰ ਇਵੈਲੂਏਟ ਕਰਨ ਲਈ ਸਾਨੂੰ ਇੰਟਰਨਲ ਅਸੈਸਮੈਂਟ ਦਾ ਫਾਰਮੂਲਾ ਅਪਣਾਉਣਾ ਚਾਹੀਦਾ ਹੈ।
ਸੋ ਕਿ ਅਸੀਂ ਸਟੂਡੈਂਟ ਦੇ ਸਾਰੇ ਸਾਲ ਦੀ ਪਰਫਾਰਮੈਂਸ ਨੂੰ ਇਵੈਲੂਏਟ ਕਰ ਸਕੀਏ, ਨਾ ਕਿ ਸਿਰਫ 3 ਆਰ ਦੇ ਐਗਜ਼ਾਮ ਦੀ ਪਰਫਾਰਮੈਂਸ ਨੂੰ ਇਵੈਲੂਏਟ ਕਰੀਏ। ਹੁਣ ਤੱਕ ਅਸੀਂ ਦੇਖਿਆ ਕਿ ਐਗਜ਼ਾਮ ਕੈਂਸਲ ਹੋਣ ਦੇ ਕੀ ਫਾਇਦੇ ਹੋ ਰਹੇ ਸੀ। ਹੁਣ ਅਸੀਂ ਦੇਖਾਂਗੇ ਕਿ ਐਗਜ਼ਾਮ ਕੈਂਸਲ ਹੋਣ ਦੇ ਕੀ ਨੁਕਸਾਨ ਹੋਣ ਜਾ ਰਹੇ ਆ। ਇਸ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਨੁਕਸਾਨ ਹੋਏਗਾ ਕਿ ਸਟੂਡੈਂਟਸ ਦੇ ਵਿੱਚ ਕੰਪੀਟੀਸ਼ਨ ਘਟ ਜਾਏਗਾ। ਜਿਵੇਂ ਕਿ ਅਸੀਂ ਲਾਸਟ ਈਅਰ ਤੋਂ ਹੀ ਦੇਖ ਰਹੇ ਹਾਂ ਕਿ ਕਈ ਐਗਜ਼ਾਮ ਕੈਂਸਲ ਹੋ ਰਹੇ ਨੇ ਤੇ ਕਈ ਐਗਜ਼ਾਮ ਪੋਸਟਪੋਨ ਹੋ ਰਹੇ ਨੇ। ਇਸ ਦੇ ਨਾਲ ਸਟੂਡੈਂਟਸ ਦੇ ਵਿੱਚ ਇੱਕ ਗਲਤ ਮੈਸੇਜ ਜਾ ਰਿਹਾ ਹੈ ਕਿ ਜਦੋਂ ਤੱਕ ਕਰੋਨਾ ਰਹੇਗਾ ਉਦੋਂ ਤੱਕ ਇਵੇਂ ਹੀ ਐਗਜ਼ਾਮ ਕੈਂਸਲ ਹੁੰਦੇ ਰਹਿਣਗੇ ਜਾਂ ਪੋਸਟਪੋਨ ਹੁੰਦੇ ਰਹਿਣਗੇ। ਸੋ ਇਸੇ ਕਰਕੇ ਸਟੂਡੈਂਟਸ ਹੁਣ ਜ਼ਿਆਦਾ ਫੋਕਸ ਤਰੀਕੇ ਨਾਲ ਨਹੀਂ ਪੜ੍ਹ ਰਹੇ। ਐਂਡ ਜਿਹੜਾ ਕੰਪੀਟੀਸ਼ਨ ਹੁੰਦਾ ਸੀ ਸਟੂਡੈਂਟਸ ਦੇ ਵਿਚਕਾਰ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਐਂਡ ਆਪਣੇ ਆਪ ਨੂੰ ਕਿਸੇ ਪਰਟੀਕੁਲਰ ਸਬਜੈਕਟ ਵਿੱਚ ਅੱਗੇ ਰੱਖਣ ਦਾ, ਉਹ ਕਿਤੇ ਨਾ ਕਿਤੇ ਹੁਣ ਘਟ ਜਾਏਗਾ। ਇਸ ਨਾਲ ਸਟੂਡੈਂਟਸ ਆਪਣੇ ਪੋਟੈਂਸ਼ੀਅਲ ਤੋਂ ਵੀ ਘੱਟ ਮਿਹਨਤ ਕਰਨਗੇ, ਜਿਸ ਦੇ ਨਾਲ ਉਸ ਦੀ ਗਰੋਥ ਐਜ਼ ਵੈਲ ਐਜ਼ ਕੰਟਰੀ ਦੀ ਗਰੋਥ ਵੀ ਘਟ ਜਾਏਗੀ, ਬਿਕੋਜ਼ ਸਾਡੇ ਸਟੂਡੈਂਟ ਹੀ ਸਾਡੀ ਕੰਟਰੀ ਦਾ ਫਿਊਚਰ ਨੇ। ਇਸ ਦਾ ਸੈਕੰਡ ਨੁਕਸਾਨ ਹੋਏਗਾ ਬਿਕੋਜ਼ ਆਫ ਪ੍ਰੈਜੁਡਿਸ ਅਮੰਗ ਟੀਚਰਸ ਫॉर ਪਰਟੀਕੁਲਰ ਸਟੂਡੈਂਟ। ਇਸ ਨੂੰ ਅਸੀਂ ਸਿੰਪਲ ਵੇ ਨਾਲ ਸਮਝਦੇ ਹਾਂ। ਕਈ ਵਾਰ ਕਿਸੇ ਟੀਚਰ ਦੇ ਅੱਗੇ ਕਿਸੇ ਸਟੂਡੈਂਟ ਦੀ ਇੱਕ ਪਰਟੀਕੁਲਰ ਇਮੇਜ ਬਣੀ ਹੁੰਦੀ ਆ। ਉਹ ਇਮੇਜ ਪੋਜ਼ਿਟਿਵ ਵੀ ਹੋ ਸਕਦੀ ਹੈ ਤੇ ਨੈਗੇਟਿਵ ਵੀ ਹੋ ਸਕਦੀ ਹੈ। ਹੁਣ ਮੰਨ ਲਓ ਕਿਸੇ ਸਟੂਡੈਂਟ ਦੀ ਟੀਚਰ ਸਾਹਮਣੇ ਨੈਗੇਟਿਵ ਇਮੇਜ ਬਣੀ ਹੋਵੇ, ਬਟ ਉਸਨੇ ਐਗਜ਼ਾਮ ਦੇ ਲਈ ਕਾਫੀ ਮਿਹਨਤ ਕੀਤੀ ਹੋਵੇ, ਬਟ ਹੁਣ ਇਸ ਕੇਸ ਦੇ ਵਿੱਚ ਮਾਰਕਸ ਉਹਦੇ ਟੀਚਰਸ ਦੇ ਹੱਥ ਵਿੱਚ ਨੇ ਐਂਡ ਹੁਣ ਟੀਚਰ ਉਸ ਦੀ ਪ੍ਰੀਵੀਅਸ ਪਰਫਾਰਮੈਂਸ ਐਂਡ ਉਸਦੇ ਬਿਹੇਵੀਅਰ ਦੇ ਬੇਸਿਸ ਤੇ ਨੰਬਰ ਦੇਗਾ, ਜੋ ਕਿ ਇਨਜਸਟਿਸ ਹੋਏਗਾ ਉਸ ਸਟੂਡੈਂਟਸ ਦੇ ਲਈ। ਸੋ ਇਸ ਕੇਸ ਵਿੱਚ ਸਟੂਡੈਂਟ ਦੇ ਹਾਰਡ ਵਰਕ ਦਾ ਕੋਈ ਫਾਇਦਾ ਨਹੀਂ ਹੋਏਗਾ ਤੇ ਸ਼ਾਇਦ ਪੋਸੀਬਿਲਿਟੀ ਇਹ ਵੀ ਹੋਵੇ ਕਿ ਉਸਨੂੰ ਆਪਣੇ ਪਸੰਦ ਦਾ ਕਾਲਜ ਵੀ ਨਾ ਮਿਲ ਪਾਵੇ। ਸੋ ਟੀਚਰਸ ਦੇ ਇਹਨਾਂ ਐਗਜ਼ਿਸਟਿੰਗ ਪ੍ਰੈਜੁਡਿਸ ਕਰਕੇ ਵੀ ਸਟੂਡੈਂਟਸ ਨੂੰ ਸਹੀ ਤਰੀਕੇ ਦੇ ਨਾਲ ਇਵੈਲੂਏਟ ਨਹੀਂ ਕੀਤਾ ਜਾ ਸਕਦਾ। ਥਰਡ ਨੁਕਸਾਨ ਹੋਏਗਾ ਸਟੂਡੈਂਟ ਨੂੰ ਹਾਇਰ ਸਟੱਡੀਜ਼ ਵਿੱਚ ਐਡਮਿਸ਼ਨ ਲੈਣ ਲਈ। ਅਗਰ ਕੋਈ ਸਟੂਡੈਂਟ ਲੋਅਰ ਕਲਾਸਿਸ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਪੜਿਆ ਐਂਡ ਉਸਦੇ ਮਾਰਕਸ ਵੀ ਘੱਟ ਨੇ, ਬਟ ਉਹ ਟਾਈਮ ਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰਦਾ ਗਿਆ। ਸੋ ਹੁਣ ਇਸ ਕੇਸ ਦੇ ਵਿੱਚ ਅਗਰ ਸਟੂਡੈਂਟ ਉਸਦੇ ਪਿਛਲੇ ਰਿਜ਼ਲਟ ਦੇ ਬੇਸਿਸ ਤੇ ਇਵੈਲੂਏਟ ਕੀਤਾ ਜਾਏਗਾ ਤੇ ਸ਼ਾਇਦ ਇਹ ਨੰਬਰ ਉਸਦੀ ਕੈਪੇਬਿਲਿਟੀ ਤੋਂ ਘੱਟ ਹੀ ਹੋਣਗੇ, ਬਟ ਫਿਰ ਵੀ ਸਟੂਡੈਂਟਸ ਨੂੰ ਰੀ ਐਗਜ਼ਾਮੀਨੇਸ਼ਨ ਦਾ ਚਾਂਸ ਜ਼ਰੂਰ ਦਿੱਤਾ ਜਾਏਗਾ। ਬਟ ਇਹ ਟੋਟਲੀ ਸਟੂਡੈਂਟਸ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਐਗਜ਼ਾਮ ਨੂੰ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ। ਇਸ ਦਾ ਫੋਰਥ ਨੁਕਸਾਨ ਹੋਏਗਾ ਕਿ ਸਟੂਡੈਂਟ ਹੋਰ ਵੀ ਜ਼ਿਆਦਾ ਲੇਜ਼ੀ ਹੋ ਜਾਣਗੇ, ਬਿਕੋਜ਼ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹਮੇਸ਼ਾ ਹੀ ਚੱਲਦੀ ਰਹੇਗੀ ਕਿ ਜਦ ਤੱਕ ਕਰੋਨਾ ਹੈ ਸ਼ਾਇਦ ਐਗਜ਼ਾਮ ਇਦਾਂ ਹੀ ਕੈਂਸਲ ਹੁੰਦੇ ਰਹਿਣ ਜਾਂ ਪੋਸਟਪੋਨ ਹੁੰਦੇ ਰਹਿਣ। ਸੋ ਇਸ ਕਰਕੇ ਉਹ ਕਦੀ ਵੀ ਸਟੱਡੀਜ਼ ਨੂੰ ਪ੍ਰਾਇੋਰਟੀ ਦੇਣਗੇ ਹੀ ਨਹੀਂ। ਹੁਣ ਅਸੀਂ ਦੇਖਦੇ ਹਾਂ ਕਿ ਪੋਸੀਬਲ ਸੋਲੂਸ਼ਨ ਕੀ ਹੋ ਸਕਦੇ ਆ। ਕੁਝ ਪੇਰੈਂਟਸ ਐਂਡ ਟੀਚਰਸ ਦਾ ਕਹਿਣਾ ਸੀ ਕਿ ਐਗਜ਼ਾਮਸ ਨੂੰ ਕੈਂਸਲ ਕਰਨ ਦੀ ਬਜਾਏ ਇਸ ਨੂੰ ਆਨਲਾਈਨ ਲੈ ਲੈਣਾ ਚਾਹੀਦਾ ਸੀ। ਇੱਥੇ ਮੈਂ ਕਹਿਣਾ ਚਾਹੂੰਗਾ ਕਿ ਇਹ ਆਰਗੂਮੈਂਟ ਸ਼ਾਇਦ ਉਹ ਸਾਰੇ ਲੋਕ ਦੇ ਰਹੇ ਨੇ ਜਿਨ੍ਹਾਂ ਕੋਲ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ, ਜਿਵੇਂ ਕਿ ਇੰਟਰਨੈਟ ਅਵੇਲੇਬਿਲਿਟੀ ਹੈ, ਮੋਬਾਈਲ ਫੋਨ, ਲੈਪਟਾਪਸ ਐਂਡ ਇਲੈਕਟ੍ਰਿਸਿਟੀ ਅਵੇਲੇਬਲ ਹੈ। ਇਹ ਸਾਰੇ ਹੀ ਆਰਗੂਮੈਂਟਸ ਉਹਨਾਂ ਦੁਆਰਾ ਦਿੱਤੇ ਜਾ ਰਹੇ ਨੇ। ਬਟ ਆਨਲਾਈਨ ਐਗਜ਼ਾਮ ਉਹਨਾਂ ਸਟੂਡੈਂਟਸ ਲਈ ਪੋਸੀਬਲ ਨਹੀਂ ਹੈ ਜਿਨ੍ਹਾਂ ਕੋਲ ਇਹ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨਹੀਂ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਦੇਸ਼ ਦੀ ਹਰ ਜਗ੍ਹਾ ਤੱਕ ਇੰਟਰਨੈਟ ਦੀ ਅਵੇਲੇਬਿਲਿਟੀ ਐਂਡ ਇਲੈਕਟ੍ਰਿਸਿਟੀ ਦੀ ਅਵੇਲੇਬਿਲਿਟੀ ਨਹੀਂ ਹੈ। ਸੋ ਇਸ ਕੇਸ ਦੇ ਵਿੱਚ ਉਹ ਸਾਰੇ ਸਟੂਡੈਂਟ ਕਿਵੇਂ ਐਗਜ਼ਾਮ ਦੇ ਸਕਦੇ ਆ। ਹੁਣ ਅਗਰ ਅਸੀਂ ਸਿਰਫ ਉਹਨਾਂ ਹੀ ਸਟੂਡੈਂਟਸ ਦਾ ਐਗਜ਼ਾਮ ਲਈਏ ਜਿਨ੍ਹਾਂ ਕੋਲ ਇਹ ਸਾਰੀ ਫੈਸਿਲਿਟੀਜ਼ ਅਵੇਲੇਬਲ ਨੇ ਤੇ ਇਹ ਸਾਰੀਆਂ ਗੱਲਾਂ ਉਹਨਾਂ ਸਟੂਡੈਂਟਸ ਦੇ ਅਗੇਂਸਟ ਜਾਂਦੀਆਂ ਨੇ ਜਿਨ੍ਹਾਂ ਕੋਲ ਇਹ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨਹੀਂ ਨੇ, ਚਾਹੇ ਉਹ ਕਿੰਨੇ ਵੀ ਇੰਟੈਲੀਜੈਂਟ ਕਿਉਂ ਨਾ ਹੋਣ। ਇੱਥੇ ਸ਼ਾਇਦ ਅਸੀਂ ਇਕੁਐਲਿਟੀ ਨਹੀਂ ਕਰ ਸਕਦੇ। ਇਸੇ ਕਰਕੇ ਸ਼ਾਇਦ ਗਵਰਨਮੈਂਟ ਦੇ ਇਸ ਡਿਸੀਜਨ ਨੂੰ ਮੈਂ ਬਹੁਤ ਸਪੋਰਟ ਕਰਦਾ ਹਾਂ ਕਿ ਐਗਜ਼ਾਮ ਕੈਂਸਲ ਹੋਣ ਦੇ ਨਾਲ ਅਸੀਂ ਇਕੁਐਲਿਟੀ ਦਿੱਤੀ ਹੈ। ਸੋ ਗਵਰਨਮੈਂਟ ਦੇ ਐਗਜ਼ਾਮ ਨੂੰ ਕੈਂਸਲ ਕਰਨ ਦਾ ਵਨ ਆਫ ਦਾ ਮੇਨ ਰੀਜ਼ਨ ਇਹ ਵੀ ਹੋ ਸਕਦਾ ਹੈ। ਮੇਰੀ ਪਰਸਨਲ ਰਾਏ ਇਹੀ ਹੈ, ਕਿਸੇ ਸਟੂਡੈਂਟ ਨੂੰ 3 ਆਰ ਦੇ ਐਗਜ਼ਾਮ ਤੋਂ ਇਵੈਲੂਏਟ ਕਰਨ ਦੀ ਜਗ੍ਹਾ ਅਸੀਂ ਉਸਦੇ ਪੂਰੇ ਸਾਲ ਦੀ ਪਰਫਾਰਮੈਂਸ ਤੋਂ ਇਵੈਲੂਏਟ ਕਰ ਸਕਦੇ ਹਾਂ। ਇਸ ਦੇ ਨਾਲ ਅਸੀਂ ਸਟੂਡੈਂਟਸ ਦੇ ਈਅਰ ਲੌਂਗ ਗਰੋਥ ਨੂੰ ਵੀ ਟਰੈਕ ਕਰ ਸਕਦੇ ਹਾਂ ਐਂਡ ਇਸ ਸਾਲ ਦੇ ਇਵੈਲੂਏਸ਼ਨ ਦੇ ਪ੍ਰੋਸੈਸ ਨੂੰ ਵੀ ਟਰਾਂਸਪੇਰੈਂਟ ਬਣਾਉਣਾ ਚਾਹੀਦਾ ਹੈ, ਸੋ ਕਿ ਟੀਚਰਸ ਦੇ ਪ੍ਰੈਜੁਡਿਸ ਅਫੈਕਟ ਨਾ ਕਰ ਸਕਣ ਸਟੂਡੈਂਟਸ ਦੇ ਨੰਬਰਸ ਨੂੰ। ਤੁਹਾਡੀ ਕੀ ਸੋਚ ਹੈ ਇਸ ਬਾਰੇ? ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬ ਬੋਰਡ ਦੇ ਐਗਜ਼ਾਮਸ ਹੋਣਗੇ ਜਾਂ ਨਹੀਂ ਹੋਣਗੇ। CBSE ਦੇ ਐਗਜ਼ਾਮ ਕੈਂਸਲ ਦੀ ਅਨਾਉਂਸਮੈਂਟ ਤੋਂ ਬਾਅਦ ਕਈ ਸਟੇਟਸ ਨੇ ਆਪਣੇ ਇੱਥੇ ਐਗਜ਼ਾਮਸ ਨੂੰ ਕੈਂਸਲ ਕਰ ਦਿੱਤਾ ਹੈ, ਬਟ ਫਿਲਹਾਲ ਪੰਜਾਬ ਸਰਕਾਰ ਨੇ ਇਸ ਦੇ ਉੱਪਰ ਕੋਈ ਵੀ ਡਿਸੀਜਨ ਨਹੀਂ ਲਿਆ। ਉਮੀਦ ਹੈ ਕਿ ਪੰਜਾਬ ਬੋਰਡ ਦੇ ਵੀ ਐਗਜ਼ਾਮ ਕੈਂਸਲ ਹੀ ਹੋ ਜਾਣਗੇ। ਬਟ ਅਗਰ ਤੁਸੀਂ ਪੰਜਾਬ ਬੋਰਡ ਦੇ ਸਟੂਡੈਂਟ ਹੋ ਤਾਂ ਤੁਹਾਨੂੰ ਇੱਥੇ ਲੇਜ਼ੀ ਨਹੀਂ ਹੋਣਾ ਚਾਹੀਦਾ ਤੇ ਤੁਹਾਨੂੰ ਐਗਜ਼ਾਮ ਦੀ ਪ੍ਰੈਪਰੇਸ਼ਨ ਕੰਟੀਨਿਊ ਰੱਖਣੀ ਚਾਹੀਦੀ ਹੈ, ਬਿਕਾਜ਼ ਅਗਰ ਐਗਜ਼ਾਮ ਹੋ ਗਏ ਤਾਂ ਤੁਹਾਡੀ ਪ੍ਰੈਪਰੇਸ਼ਨ ਹੋਈ ਤੇ ਐਗਜ਼ਾਮ ਵੀ ਵਧੀਆ ਹੋ ਜਾਣਗੇ ਐਂਡ ਅਗਰ ਨਾ ਵੀ ਹੋਏ ਤਾਂ ਜਿਹੜੀ ਨੌਲੇਜ ਤੁਹਾਨੂੰ ਮਿਲੀ ਹੋਏਗੀ ਐਗਜ਼ਾਮ ਦੀ ਪ੍ਰੈਪਰੇਸ਼ਨ ਤੋਂ ਉਹ ਤੁਹਾਡੇ ਤੋਂ ਕੋਈ ਖੋਣ ਨਹੀਂ ਲੱਗਾ। ਸੋ ਦੇਖਦੇ ਹਾਂ ਪੰਜਾਬ ਸਰਕਾਰ ਇਸ ਉੱਪਰ ਕਦ ਡਿਸੀਜਨ ਲੈਂਦੀ ਹੈ ਤੇ ਉਦੋਂ ਤੱਕ ਅਗਰ ਤੁਸੀਂ ਪੰਜਾਬ ਬੋਰਡ ਦੇ ਸਟੂਡੈਂਟ ਹੋ ਤਾਂ ਤੁਸੀਂ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੰਟੀਨਿਊ ਰੱਖੋ ਤੇ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।